ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਨ ਕਰ ਰਹੇ ਸਾਂ ਜੀਵਨ ਮਨੋਰਥ ਕੀ ਹੈ ਤੇ ਇਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਆਓ ਇਹਨਾਂ ਹੀ ਵਿਚਾਰਾਂ ਨੂੰ ਅੱਜ ਦੇ ਦੀਵਾਨ ਵਿੱਚ ਸਮਝਣ ਦਾ ਯਤਨ ਕਰੀਏ। ਅਦਬ ਸਤਿਕਾਰ ਪ੍ਰੇਮ ਸਹਿਤ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਵੋ ਜੀ। ਪਿਆਰ ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸੇ ਦੇਸ਼ ਦੇ ਰਾਜੇ ਦੇ ਘਰ ਦੇ ਵਿੱਚ 3 ਪੁੱਤਰ ਸਨ। ਜਦੋਂ ਰਾਜੇ ਨੂੰ ਇਹ ਮਹਿਸੂਸ ਹੋਇਆ ਕਿ ਮੇਰਾ ਸੰਸਾਰ ਤੋਂ ਜਾਣ ਦਾ ਵਕਤ ਨਜ਼ਦੀਕ ਆ ਰਿਹਾ ਹੈ, ਇਹਨੇ ਆਪਣੇ ਵਜ਼ੀਰ ਦੇ ਨਾਲ ਮਸ਼ਵਰਾ ਕੀਤਾ, ਸਲਾਹ ਕੀਤੀ ਔਰ ਉਹਨੂੰ ਇੱਕ ਪ੍ਰਸ਼ਨ ਪਾ ਦਿੱਤਾ ਕਿ ਤੂੰ ਸਿਆਣਾ ਹੈ, ਤੂੰ ਮੇਰੇ 3 ਹੀ ਬੱਚਿਆਂ ਨੂੰ ਬਚਪਨ ਤੋਂ ਜਾਣਦਾ ਹੈ, ਪਛਾਣਦਾ ਹੈ। ਤੂੰ ਮੈਨੂੰ ਦੱਸਣਾ ਕਰ ਕਿ ਇਹਨਾਂ 3 ਦੇ ਵਿੱਚੋਂ ਮੈਂ ਤਖਤ ਦੇ ਉੱਤੇ ਕਿਹਨੂੰ ਬਿਠਾਵਾਂ, ਸਿੰਘਾਸਨ ਕਿਹਨੂੰ ਦੇਵਾਂ। ਵਜ਼ੀਰ ਸਿਆਣਾ ਸੀ। ਉਹਦੇ ਮਨ ਵਿੱਚ ਫੌਰਨ ਇੱਕ ਖਿਆਲ ਆਇਆ ਕਿ ਜੇ ਮੈਂ 3 ਦੇ ਵਿੱਚੋਂ ਕੇਵਲ ਇੱਕ ਦਾ ਨਾਮ ਲੈਂਦਾ ਹਾਂ, ਬਾਕੀ 2 ਆਜੀਵਨ ਮੇਰੇ ਸ਼ਤਰੂ ਬਣ ਜਾਣਗੇ। ਇਸ ਕਰਕੇ ਉਹਨੇ ਰਾਜੇ ਨੂੰ ਫੌਰਨ ਹੀ ਇਹ ਗੱਲ ਆਖ ਦਿੱਤੀ ਕਿ ਮਹਾਰਾਜ, ਭਾਵੇਂ ਮੈਂ ਤੁਹਾਡੇ 3 ਹੀ ਬੱਚਿਆਂ ਨੂੰ ਸਹੀ ਤਰੀਕੇ ਦੇ ਨਾਲ ਜਾਣਦਾ ਹਾਂ, ਪਰ ਬਜਾਏ ਇਸ ਦੇ ਕਿ ਮੈਂ ਤੁਹਾਨੂੰ ਨਾਮ ਦੱਸਾਂ, ਜਾਂ ਬਜਾਏ ਤੁਸੀਂ ਇਹਨਾਂ 3 ਦੇ ਵਿੱਚੋਂ ਕਿਸੇ ਇੱਕ ਨੂੰ ਚੁਣੋ, ਕਿਉਂ ਨਾ ਅਸੀਂ ਇਹਨਾਂ 3 ਦੀ ਪ੍ਰੀਖਿਆ ਲੈ ਲਈਏ ਤੇ ਜਿਹੜਾ ਪ੍ਰੀਖਿਆ ਦੇ ਵਿੱਚ ਉਤੀਰਨ ਹੋਏਗਾ, ਸਭ ਤੋਂ ਸ੍ਰੇਸ਼ਟ ਆਵੇਗਾ, ਕਿਉਂ ਨਾ ਉਹਨੂੰ ਅਸੀਂ ਇਸ ਤਖਤ ਦੇ ਉੱਤੇ, ਇਸ ਸਿੰਘਾਸਨ ਤੇ ਬਿਠਾ ਦਈਏ। ਰਾਜੇ ਨੂੰ ਇਹ ਗੱਲ ਭਾ ਗਈ। 3 ਪੁੱਤਰਾਂ ਨੂੰ ਬੁਲਾਇਆ ਗਿਆ ਔਰ ਵਜ਼ੀਰ ਦੀ ਸਲਾਹ ਦੇ ਮੁਤਾਬਕ ਜੋ ਕੁਝ ਵਜ਼ੀਰ ਨੇ ਸਿਖਾਇਆ ਸੀ ਉਹ ਕੁਝ ਰਾਜੇ ਨੇ ਕੀਤਾ। 3 ਪੁੱਤਰਾਂ ਨੂੰ ਇੱਕ ਥੈਲੀ ਦਿੱਤੀ, ਜਿਸ ਥੈਲੀ ਦੇ ਵਿੱਚ 100 ਸੋਨੇ ਦੇ ਸਿੱਕੇ ਸਨ। 1 ਬਰਾਬਰ ਦੀ ਪੂੰਜੀ, 1 ਬਰਾਬਰ ਦਾ ਉਹਨਾਂ ਦੇ ਵਿੱਚ ਧਨ ਸੀ। 3 ਥੈਲੀਆਂ ਦੀ ਇੱਕੋ ਹੀ ਕੀਮਤ ਸੀ, ਇੱਕੋ ਹੀ ਮੁੱਲ ਸੀ। ਔਰ 3 ਪੁੱਤਰਾਂ ਨੂੰ ਦਿੰਦੇ ਹੋਏ ਇਹ ਆਖ ਦਿੱਤਾ ਕਿ ਤੁਹਾਡੇ ਕੋਲ 7 ਦਿਨ ਹਨ, ਇਹ 100 ਮੋਹਰਾਂ ਲੈ ਜਾਵੋ ਤੇ ਜਿਸ ਜਿਸ ਮਹਿਲ ਦੇ ਵਿੱਚ ਤੁਸੀਂ ਰਹਿੰਦੇ ਹੋ, ਇਹਨਾਂ 100 ਮੋਹਰਾਂ ਦੇ ਨਾਲ ਆਪੋ ਆਪਣੇ ਮਹਿਲ ਨੂੰ ਤੁਸੀਂ ਭਰ ਦੇਣਾ ਹੈ। ਗੱਲ ਸਮਝਣਾ ਧਿਆਨ ਨਾਲ। 100 ਮੋਹਰਾਂ ਹਨ ਤੁਹਾਡੇ ਕੋਲ ਤੇ 100 ਮੋਹਰਾਂ ਦੇ ਨਾਲ ਤੁਸਾਂ ਨੇ ਆਪਣੇ ਮਹਿਲਾਂ ਨੂੰ, ਜਿਸ ਮਹਿਲ ਵਿੱਚ ਤੁਸੀਂ ਰਹਿੰਦੇ ਹੋ, ਉਹਨੂੰ ਭਰ ਦੇਣਾ ਹੈ। ਤੇ ਜਿਹੜਾ ਇਸ ਕੰਮ ਦੇ ਵਿੱਚ ਉਤੀਰਨ ਹੋ ਜਾਏਗਾ, ਉਹਨੂੰ ਸਿੰਘਾਸਨ ਦੀ ਪ੍ਰਾਪਤੀ ਹੋਵੇਗੀ। ਇਹ 3 ਹੀ 100 ਮੋਹਰਾਂ ਲੈ ਕੇ ਆਪੋ ਆਪਣੇ ਮਹਿਲਾਂ ਵਿੱਚ ਚਲੇ ਗਏ। ਪਰੰਤੂ 3 ਦੀ ਜਿਹੜੀ ਸੋਹਬਤ ਸੀ, ਸੰਗਤ ਸੀ, ਉਹ ਵੱਖ-ਵੱਖ ਤਰੀਕੇ ਦੇ ਲੋਕਾਂ ਨਾਲ ਸੀ। ਜਿਹੜਾ ਸਭ ਤੋਂ ਵੱਡਾ ਪੁੱਤਰ ਸੀ, ਉਹ ਵਿਸ਼ਈ ਲੋਕਾਂ ਦੀ ਸੰਗਤ ਕਰਦਾ ਸੀ, ਵਿਭਚਾਰੀਆਂ ਦੀ ਸੰਗਤ ਕਰਦਾ ਸੀ, ਦੁਰਾਚਾਰੀਆਂ ਦੀ ਸੰਗਤ ਕਰਦਾ ਸੀ। ਇੰਝ ਆਖ ਦਈਏ ਜਿਹੜੇ ਸ਼ਰਾਬ ਪੀਣ ਵਾਲੇ ਹਨ, ਜੂਆ ਖੇਡਣ ਵਾਲੇ ਹਨ,
ਹੋਰ ਜਿਨ੍ਹਾਂ ਨੂੰ ਵੇਸਨ ਲਗੇ ਹੋਏ ਹਨ, ਹੋਰ ਜਿਹੜੇ ਦੁਨੀਆ ਭਰ ਦਾ ਵਿਚਾਰ ਪਏ ਕਰਦੇ ਹਨ, ਇਹਦਾ ਉੱਠਣਾ ਬੈਠਣਾ ਉਹਨਾਂ ਲੋਕਾਂ ਦੇ ਨਾਲ ਸੀ। ਅੱਜ ਵੀ ਜਦੋਂ ਉਹਨਾਂ ਲੋਕਾਂ ਦੀ ਸੰਗਤ ਵਿੱਚ, ਬਲਕਿ ਕੁਸੰਗਤ ਹੀ ਕਵਾਂ, ਜਦੋਂ ਉਹਨਾਂ ਦੀ ਕੰਪਨੀ ਵਿੱਚ ਇਹ ਗਿਆ ਤੇ ਉਹਨਾਂ ਨੂੰ ਜਾ ਕੇ ਇਹਨੇ ਆਪਣਾ ਸਾਰਾ ਹਾਲ ਬਿਆਨ ਕਰ ਦਿੱਤਾ ਕਿ ਬੜਾ ਵੱਡਾ ਮਸਲਾ ਮੇਰੀ ਜ਼ਿੰਦਗੀ ਦੇ ਵਿੱਚ ਬਣ ਗਿਆ। ਪੁੱਛਣ ਲੱਗੇ, ਦੱਸ ਕੀ ਹੋਇਆ? ਕਹਿਣ ਲੱਗਾ, ਮੇਰੇ ਪਿਤਾ ਨੇ ਇੱਕ ਬੜਾ ਵੱਡਾ ਪ੍ਰਸ਼ਨ ਮੇਰੇ ਸਾਹਮਣੇ ਪਾ ਦਿੱਤਾ, ਔਰ ਸਿੰਘਾਸਨ ਦਾ ਮਸਲਾ ਹੈ, ਕਿਉਂਕਿ ਜੇ ਮੈਂ ਇਸ ਕੰਮ ਨੂੰ ਪੂਰਾ ਕਰ ਲਿਆ ਫਿਰ ਮੈਂ ਰਾਜ ਭਾਗ ਦੇ ਉੱਤੇ ਬੈਠ ਜਾਵਾਂਗਾ, ਇਹ ਸਾਰਾ ਰਾਜ ਭਾਗ ਮੇਰਾ ਹੋ ਜਾਵੇਗਾ। ਜੇ ਮੈਂ ਅਸਫਲ ਹੋ ਗਿਆ ਤੇ ਮੇਰੇ ਹੱਥ ਪੱਲੇ ਕੁਝ ਨਹੀਂ ਆਣਾ। ਪੁੱਛਣ ਲੱਗੇ, ਕੀ ਹੋਇਆ ਦੱਸ? ਆਖਣ ਲੱਗਾ ਕਿ ਮੇਰੇ ਪਿਤਾ ਨੇ ਮੈਨੂੰ 100 ਮੋਹਰਾਂ ਦਿੱਤੀਆਂ ਹਨ, ਸੋਨੇ ਦੇ ਇਹ 100 ਮੋਹਰਾਂ ਦੇ ਕੇ ਆਖਿਆ ਹੈ ਮੇਰੇ ਪਿਤਾ ਨੇ ਕਿ ਇਹਨਾਂ 100 ਮੋਹਰਾਂ ਦੇ ਨਾਲ ਆਪਣਾ ਮਹਿਲ ਭਰਨਾ ਹੈ। ਕਹਿਣ ਲੱਗੇ, ਨਾਮੁਮਕਿਨ ਗੱਲ ਹੈ, ਜਿਤਨਾ ਵੱਡਾ ਤੇਰਾ ਮਹਿਲ ਹੈ ਉਤਨੇ ਵੱਡੇ ਮਹਿਲ ਨੂੰ 1000 ਮੋਹਰਾਂ ਦੇ ਨਾਲ ਵੀ ਭਰਨਾ ਨਾਮੁਮਕਿਨ ਹੈ, 100 ਮੋਹਰਾਂ ਦੇ ਨਾਲ ਕਿਵੇਂ ਭਰੇਗਾ? ਹੁਣ ਜਿਹਾ ਜੀ ਸੰਗਤ ਸੀ ਨਾ ਇਹਦੀ, ਜਿਨ੍ਹਾਂ ਲੋਕਾਂ ਦੇ ਵਿੱਚ ਉੱਠਣਾ ਬੈਠਣਾ ਸੀ, ਉਹਨਾਂ ਤੋਂ ਹੀ ਮਸ਼ਵਰਾ ਪੁੱਛਿਆ, ਸਲਾਹ ਪੁੱਛੀ, ਦੱਸੋ ਫਿਰ ਮੈਂ ਕੀ ਕਰਾਂ? ਤੇ ਯਕੀਨ ਜਾਣਨਾ, ਜੋ ਜਿਸ ਤਰੀਕੇ ਦੀ ਸਮਝ ਰੱਖੇਗਾ ਨਾ, ਉਸ ਤਰੀਕੇ ਦਾ ਅੱਗੋਂ ਉਹ ਮਸ਼ਵਰਾ ਦੇਵੇਗਾ, ਸਲਾਹ ਦੇ ਦੇਵੇਗਾ। ਕਹਿਣ ਲੱਗੇ, ਮਿੱਤਰਾ 100 ਮੋਹਰਾਂ ਦੇ ਨਾਲ ਤੇ ਕਦੀ ਵੀ ਮਹਿਲ ਨਹੀਂ ਭਰਿਆ ਜਾ ਸਕਦਾ। ਇੱਕ ਕੰਮ ਕਰ, ਇਹਨਾਂ 100 ਮੋਹਰਾਂ ਨੂੰ ਤੂੰ ਦਾਉ 'ਤੇ ਲਾ ਦੇ, 10 ਲਗਾਵੀਂ 10 ਦੀਆਂ 20 ਬਣਨਗੀਆਂ, 20 ਲਗਾਵੀਂ 20 ਦੀਆਂ 40 ਬਣਨਗੀਆਂ। ਇਸ ਤਰੀਕੇ ਦੇ ਨਾਲ ਦਾਉ ਖੇਡ, ਬਾਜ਼ੀ ਲਾ ਔਰ ਇਸ ਧਨ ਨੂੰ ਵਧਾ ਲੈ। ਤੇ ਸੱਚ ਇਹ ਜੇ ਹਰ ਜਵਾਰੀ ਜਦੋਂ ਜੂਆ ਖੇਡਦਾ ਹੈ ਨਾ, ਬਾਜ਼ੀ ਲਾਉਂਦਾ ਹੈ, ਜਿੱਤਣ ਦੀ ਉਮੀਦ ਨਾਲ ਹੀ ਲਾਉਂਦਾ ਹੈ ਵੀ ਮੈਂ ਜਿੱਤਾਂਗਾ। ਔਰ ਸਿਆਣੇ ਤੇ ਇੱਥੋਂ ਤੱਕ ਆਖਦੇ ਹਨ, ਪਹਿਲੀਆਂ 2 4 5 ਬਾਜ਼ੀਆਂ ਜਿੱਤਦਾ ਵੀ ਹੈ, ਲੇਕਿਨ ਉਸ ਤੋਂ ਬਾਅਦ ਹਾਰ ਦਾ ਐਸਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਇਸ ਤਰੀਕੇ ਦੇ ਨਾਲ ਪਾਸੇ ਬਦਲ ਜਾਂਦੇ ਹਨ, ਇਸ ਤਰੀਕੇ ਦੇ ਨਾਲ ਆਖਦੇ ਪਰਿਸਥਿਤੀ ਬਦਲ ਜਾਂਦੀ ਹੈ ਕਿ ਜੋ ਕੁਝ ਜਿੱਤਿਆ ਸੀ ਉਹ ਤੇ ਗਵਾਉਂਦਾ ਹੀ ਹੈ, ਆਪਣਾ ਮੂਲ ਵੀ ਗਵਾ ਲੈਂਦਾ ਹੈ। ਬਹੁਤੇ ਲੋਕ ਤੇ ਆਪਣਾ ਸਭ ਕੁਝ ਲੁਟਾ ਦਿੰਦੇ ਹਨ, ਕੇਵਲ ਜੂਏ ਦੇ ਵਿੱਚ ਸਭ ਕੁਝ ਹਾਰ ਗਏ। ਕਹਿੰਦੇ, ਮਿੱਤਰਾ ਜਦ ਤੱਕ ਬਾਜ਼ੀ ਨਹੀਂ ਲਾਵੇਂਗਾ, ਜਦ ਤੱਕ ਇਸ ਧਨ ਨੂੰ ਵਧਾਏਂਗਾ ਨਹੀਂ, ਕਈ ਗੁਣਾ ਇਹਦੇ ਵਿੱਚ ਵਾਧਾ ਨਹੀਂ ਹੋਵੇਗਾ, ਮਹਿਲ ਕਿਵੇਂ ਭਰੇਗਾ? ਕਹਿਣ ਲੱਗੇ ਕਿ ਚੱਲ ਆ, ਬਾਂਹ ਪਕੜ ਕੇ ਲੈ ਗਏ, ਬਿਠਾ ਦਿੱਤਾ ਇਹਨੂੰ ਜਿੱਥੇ ਬਾਜ਼ੀ ਲੱਗਦੀ ਪਈ ਸੀ। ਇਹਨੇ 10 ਮੋਹਰਾਂ ਲਾਈਆਂ, ਜਿੱਤਿਆ ਕੁਝ ਹਾਰਿਆ। ਅਖੀਰ ਕਹਿਣ ਲੱਗੇ, ਜਦੋਂ 2 4 ਬਾਜ਼ੀਆਂ ਇਕੱਠੀਆਂ ਜਿੱਤਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਕਿ ਕਿਸਮਤ ਸਾਥ ਦੇ ਰਹੀ ਹੈ, ਤੇ ਜੇ 10-10 ਲਾ ਕੇ ਤੇ 10-10 ਹੀ ਜਿੱਤਣੀਆਂ ਹਨ, ਕਿਤਨਾ ਚੰਗਾ ਹੋਵੇ ਇਕੱਠੀਆਂ ਸਾਰੀਆਂ ਲਾ ਦੇ, ਇੱਕੋ ਵਾਰ ਘੱਟੋ ਘੱਟ ਆਵੇ। ਕਿਸਮਤ ਦਾ ਕੀ ਪਤਾ, ਕਿਸਮਤ ਕਿਸ ਵੇਲੇ ਫਿਰ ਜਾਵੇ। ਮੈਂ ਤੇ ਸੋਚਦਾ ਹਾਂ ਕਿਸਮਤ ਨਹੀਂ ਫਿਰੀ, ਇਹਦੀ ਬੁੱਧੀ ਫਿਰ ਗਈ। ਜਿਤਨਾ ਕੁਝ ਇਹ ਜਿੱਤਿਆ ਸੀ, ਜਿਤਨਾ ਕੁਝ ਇਹਦੇ ਕੋਲ ਆਇਆ ਸੀ, ਇਹਨੇ ਸਭ ਕੁਝ ਲਾ ਦਿੱਤਾ। ਅਗਲੀ ਹੀ ਬਾਜ਼ੀ ਵਿੱਚ ਸਭ ਕੁਝ ਹਾਰ ਗਿਆ, ਗਵਾ ਦਿੱਤਾ ਸਭ ਕੁਝ। ਹੁਣ ਸਿਰ ਸੁੱਟ ਕੇ ਬੈਠ ਗਿਆ। ਪਹਿਲੇ ਹੀ ਦਿਨ ਇਹਨੇ ਆਪਣਾ ਸਭ ਕੁਝ ਗਵਾ ਦਿੱਤਾ, ਆਪਣੇ ਮਹਿਲਾਂ ਦੇ ਵਿੱਚ ਆ ਗਿਆ, ਮਾਯੂਸ ਹੋ ਗਿਆ। ਦੂਜਾ ਸੀ ਜਿਹੜਾ ਇਹਦੀ ਜਿਹੜੀ ਸੰਗਤ ਸੀ ਨਾ, ਇਹ ਸੋ ਕਾਲਡ ਸਿਆਣਿਆਂ ਨਾਲ ਸੀ, ਤਰਕਵਾਦੀਆਂ ਦੇ ਨਾਲ, ਜਿਹੜੇ ਕੇਵਲ ਸ਼ਬਦਾਂ ਨੂੰ ਪਕੜਨਾ ਜਾਣਦੇ ਹਨ, ਪਿੱਛੇ ਭਾਵ ਕੀ ਹਨ ਉਹਨੂੰ ਜਿਹੜੇ ਆਪਣੀ ਮਤ ਅਨੁਸਾਰ ਹੀ ਕੇਵਲ ਜੱਜ ਕਰ ਲੈਂਦੇ ਹਨ ਵੀ ਮੈਂ ਇਹ ਸਮਝਿਆ ਤੇਰੇ ਸ਼ਬਦਾਂ ਦਾ ਤਤਪਰ। ਉਹਨਾਂ ਲੋਕਾਂ ਦੇ ਨਾਲ ਇਹਦਾ ਉੱਠਣਾ ਬੈਠਣਾ ਸੀ ਜਿਹੜੇ ਕੇਵਲ ਸ਼ਬਦਾਂ ਦੀ ਖੇਡ ਵਿੱਚ ਉਲਝੇ ਹੋਏ ਸਨ।
ਔਰ ਸ਼ਬਦਾਂ ਦੀ ਵਰਡਸ ਦੀ ਖੇਡ ਵਿੱਚ ਉਲਝਾ ਰਹੇ ਸਨ। ਪਰ ਮਹਿਸੂਸ ਉਹਨਾਂ ਨੂੰ ਇਹੀ ਹੋ ਰਿਹਾ ਸੀ ਕਿ ਅਸੀਂ ਦੂਸਰੇ ਦਾ ਮਨ ਪੜ੍ਹ ਲਿਆ, ਸਾਨੂੰ ਪਤਾ ਲੱਗ ਗਿਆ ਸਭ ਕੁਝ ਕਿ ਇਹਦੇ ਮਨ ਦੀ ਦਸ਼ਾ ਅਸਲ ਵਿੱਚ ਕੀ ਹੈ। ਉਸੇ ਨੂੰ ਮੰਨ ਕੇ ਉਹ ਬੈਠ ਗਏ। ਇਹ ਤਰਕਵਾਦੀ ਸਨ। ਕਹਿਣ ਲੱਗਾ ਆਪਣੇ ਉਹਨਾਂ ਮਿੱਤਰਾਂ ਨੂੰ, ਇਹਨੇ ਸਾਰਾ ਦਾ ਸਾਰਾ ਹਾਲ ਸੁਣਾ ਦਿੱਤਾ ਵੀ ਮੇਰੇ ਪਿਤਾ ਨੇ ਮੇਰੇ ਸਾਹਮਣੇ ਇਹ ਮਸਲਾ ਰੱਖ ਦਿੱਤਾ ਹੈ, ਮੈਂ ਦੱਸੋ ਕੀ ਕਰਾਂ। ਇੱਕ ਜਿਹੜਾ ਜ਼ਿਆਦਾ ਸਿਆਣਾ ਸੀ ਉੱਠਿਆ ਉਸ ਟੋਲੇ ਦੇ ਵਿੱਚੋਂ, ਕਹਿਣ ਲੱਗਾ ਮੈਨੂੰ ਇਹ ਦੱਸ ਤੇਰੇ ਪਿਤਾ ਨੇ ਹੂ ਬਹੂ ਕੀ ਸ਼ਬਦ ਆਖੇ ਸਨ ਤੈਨੂੰ। ਕਹਿਣ ਲੱਗਾ ਮੇਰੇ ਪਿਤਾ ਨੇ ਕਿਹਾ ਸੀ 100 ਮੋਹਰਾਂ ਦੇ ਨਾਲ ਆਪਣੇ ਮਹਿਲ ਨੂੰ ਭਰਨਾ ਹੈ। ਗੱਲ ਪਕੜ ਜਾਂ ਧਿਆਨ ਦੇ ਨਾਲ, ਆਪਣੇ ਮਹਿਲਾਂ ਨੂੰ ਭਰਨਾ ਹੈ। ਹੋਰ ਯਾਦ ਕਰ, ਕੁਝ ਹੋਰ ਕਿਹਾ ਸੀ? ਕਹਿਣ ਲੱਗਾ ਨਹੀਂ, ਇਤਨੀ ਗੱਲ ਕਹੀ ਸੀ। ਕਹਿਣ ਲੱਗਾ ਫਿਰ ਤੇ ਗੱਲ ਹੀ ਕੋਈ ਨਹੀਂ, ਮਹਿਲਾਂ ਨੂੰ ਸਿਰਫ ਭਰਨਾ ਹੈ ਨਾ ਬਸ, ਇਹ ਤੇ ਨਹੀਂ ਕਿਹਾ ਵੀ ਕਿਸ ਚੀਜ਼ ਦੇ ਨਾਲ ਭਰਨਾ ਹੈ। ਤੇ 100 ਮੋਹਰਾਂ ਦੇ ਵਿੱਚ ਜਿਹੜੀ ਸਭ ਤੋਂ ਸਸਤੀ ਚੀਜ਼ ਆ ਸਕਦੀ ਹੈ ਉਹ ਤੇ ਕੂੜਾ ਆ ਸਕਦਾ ਹੈ। ਸਫਾਈ ਕਰਨ ਵਾਲਿਆਂ ਨੂੰ 5-5 ਮੋਹਰਾਂ ਦੇ ਦੇ 20 ਬੰਦਿਆਂ ਨੂੰ, ਤੇ ਉਹਨਾਂ ਨੂੰ ਕਹਿ ਜਿਤਨਾ ਵੀ ਕੂੜ ਹੈ, ਜਿਤਨਾ ਵੀ ਕੂੜਾ ਹੈ, ਕਚਰਾ ਹੈ, ਉਹ ਤੇਰੇ ਮਹਿਲਾਂ ਵਿੱਚ ਪਾਈ ਜਾਣ। 7 ਦਿਨਾਂ ਬਾਅਦ ਮਹਿਲ ਇਵੇਂ ਭਰ ਜਾਏਗਾ, ਅਸੀਂ ਤਰਕ ਦੇ ਆਧਾਰ 'ਤੇ ਕਹਿ ਦੇਵਾਂਗੇ ਤੁਸਾਂ ਤੇ ਸਿਰਫ ਇਹੀ ਕਿਹਾ ਸੀ ਨਾ ਕਿ ਮਹਿਲ ਭਰਨਾ ਹੈ, ਲਓ ਜੀ ਮਹਿਲ ਭਰਿਆ ਗਿਆ। ਇਹਨੂੰ ਇਹ ਗੱਲ ਜੱਚ ਗਈ। ਜਚੇ ਵੀ ਕਿਉਂ ਨਾ, ਜਿਨ੍ਹਾਂ ਲੋਕਾਂ ਦੀ ਸੌਬਤ ਵਿੱਚ ਬੰਦਾ ਜਾਂਦਾ ਹੈ ਨਾ, ਜਿਸ ਤਰੀਕੇ ਦਾ ਉਹਦਾ ਸਰਕਲ ਹੈ, ਦਾਇਰਾ ਹੈ, ਜਿਸ ਤਰੀਕੇ ਦੇ ਉਹਦੇ ਕਰਮ ਹਨ, ਬਸ ਕੇਵਲ ਉਸੇ ਨੂੰ ਹੀ ਆਪਣਾ ਸਭ ਕੁਝ ਮੰਨ ਕੇ ਬਹਿ ਜਾਂਦਾ ਹੈ। ਇਹਨੇ ਜੀ ਸਫਾਈ ਕਰਨ ਵਾਲਿਆਂ ਨੂੰ, ਜੋ ਕੂੜਾ ਇਤਿਆਦ ਚੁੱਕਦੇ ਹਨ, ਉਹਨਾਂ ਕਰਮਚਾਰੀਆਂ ਨੂੰ ਇਹਨੇ 20 ਬੰਦਿਆਂ ਨੂੰ 5-5 ਮੋਹਰਾਂ ਦੇ ਦਿੱਤੀਆਂ ਤੇ ਸਾਰੀ ਗੱਲ ਆਖ ਦਿੱਤੀ ਵੀ ਮੇਰੇ ਮਹਿਲਾਂ ਦੇ ਵਿੱਚ ਅਗਲੇ ਕੁਝ ਦਿਨਾਂ ਤੱਕ ਇਹ ਕੂੜਾ ਸੁੱਟੀ ਜਾਓ, ਜਦ ਤੱਕ ਇਹ ਮਹਿਲ ਭਰਦਾ ਨਹੀਂ। ਇਹਦੇ ਨਾਲ ਇਹ ਕੁਝ ਵਾਪਰਿਆ। ਹੁਣ ਤੀਸਰਾ ਪੁੱਤਰ ਸੀ। ਇੰਜ ਆਖ ਦੇਵਾਂ ਕਿ ਇਹਦੀ ਜਿਹੜੀ ਸੰਗਤ ਸੀ ਇਹ ਨਾਮ ਜਪਣ ਵਾਲਿਆਂ ਨਾਲ ਸੀ। ਇੱਕ ਚਲੋ ਗੱਲ ਹੋਰ ਖੋਲ ਦੇਵਾਂ, ਬਹੁਤੀ ਵਾਰ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਲੋਕ ਹੁੰਦੇ ਹਨ ਨਾ, ਜਿਵੇਂ ਬਾਹਰੋਂ ਦਿਸਦੇ ਹਨ ਉਵੇਂ ਅੰਦਰੋਂ ਹੁੰਦੇ ਨਹੀਂ ਉਹ। ਇਸ ਗੱਲ ਨੂੰ ਧਿਆਨ ਨਾਲ ਸਮਝਣਾ, ਸ਼ਬਦਾਂ ਨੂੰ ਨਾ ਪਕੜਨਾ ਕੇਵਲ। ਜਿਵੇਂ ਬਾਹਰੋਂ ਉਹਨਾਂ ਦਾ ਵਿਵਹਾਰ, ਬਾਹਰੋਂ ਉਹਨਾਂ ਦਾ ਪਹਿਰਾਵਾ, ਉਹਨਾਂ ਦੇ ਬੋਲ ਜਿਵੇਂ ਦੁਨੀਆ ਦੇ ਪ੍ਰਤੀ ਹਨ, ਅੰਦਰੋਂ ਬਿਲਕੁਲ ਅਲੱਗ ਚੀਜ਼ ਹੁੰਦੀ ਹੈ। ਕਈ ਵਾਰ ਤੁਹਾਨੂੰ ਬਾਹਰੋਂ ਐਸੇ ਲੋਕਾਂ ਦੇ ਜੀਵਨ 'ਚ ਕਠੋਰਤਾ ਨਜ਼ਰ ਆਏਗੀ, ਆਉਂਦੀ ਹੈ। ਕਈ ਮਹਾਂਪੁਰਸ਼ ਤੁਸੀਂ ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ, ਮੈਂ ਖੁਦ ਪੜ੍ਹਿਆ ਵੀ ਹੈ ਔਰ ਕੁਝ ਮਹਾਂਪੁਰਸ਼ਾਂ ਦੇ ਦਰਸ਼ਨ ਵੀ ਕੀਤੇ। ਜਦ ਮੈਂ ਮਹਾਂਪੁਰਸ਼ ਸ਼ਬਦ ਵਰਤਦਾ ਹਾਂ ਨਾ, ਇਹ ਕੇਵਲ ਭੇਖ ਦਾ ਨਾਮ ਨਹੀਂ ਵੀ ਕੋਈ ਸਫੇਦ ਲਿਬਾਸ ਹੀ ਹੋਵੇਗਾ, ਕੋਈ ਭਗਵਾ ਵੇਸ਼ ਹੀ ਹੋਵੇਗਾ, ਕੋਈ ਖਾਸ ਕਿਸਮ ਦੇ ਕੱਪੜੇ ਹੀ ਹੋਣਗੇ। ਜਦੋਂ ਮੈਂ ਮਹਾਂਪੁਰਸ਼ ਸ਼ਬਦ ਵਰਤਦਾ ਹਾਂ ਤੇ ਇਹਦਾ ਤਤਪਰਯ ਇਹ ਲੈਣਾ, ਜਿਹੜਾ ਉਸ ਪਰਮ ਆਤਮਾ ਦੇ ਮਾਰਗ ਦੇ ਉੱਤੇ, ਪਰਮਾਤਮਾ ਦੇ ਮਾਰਗ ਦੇ ਉੱਤੇ ਤੁਰ ਰਿਹਾ ਹੈ, ਤੁਰ ਤੁਰ ਕੇ ਬਹੁਤ ਅੱਗੇ ਤੱਕ ਪਹੁੰਚ ਚੁੱਕਿਆ ਹੈ, ਆਮ ਲੋਕਾਂ ਨਾਲੋਂ ਉਹ ਉੱਚਾ ਉੱਠ ਚੁੱਕਿਆ ਹੈ। ਲੇਕਿਨ ਉਹਨੇ ਤੁਰਨਾ ਬੰਦ ਨਹੀਂ ਕੀਤਾ, ਉਹਨੇ ਅੱਗੇ ਵਧਣਾ ਬੰਦ ਨਹੀਂ ਕੀਤਾ। ਆਪਣੀ ਮੰਜ਼ਿਲ 'ਤੇ ਪਹੁੰਚ ਕੇ ਵੀ ਨਾ, ਜਦ ਤੱਕ ਉਹਦੇ ਕੋਲ ਇਹ ਸਰੀਰ ਹੋਵੇਗਾ, ਕਿਉਂਕਿ ਜਿਉਂਦਿਆਂ ਜੀ ਇਹ ਮੰਜ਼ਿਲ ਮਿਲਣੀ ਹੈ, ਮਰਨ ਤੋਂ ਬਾਅਦ ਨਹੀਂ ਮਿਲਣੀ। ਜਦ ਤੱਕ ਉਹਦੇ ਕੋਲ ਇਹ ਸਰੀਰ ਹੋਵੇਗਾ ਉਦੋਂ ਤੱਕ ਵੀ ਉਹ ਪਰਉਪਕਾਰ ਕਰੇਗਾ। ਇਸ ਗੱਲ ਨੂੰ ਧਿਆਨ ਨਾਲ ਸਮਝਣ ਦਾ ਯਤਨ ਕਰਿਓ। ਜਦ ਮੈਂ ਇਹ ਸ਼ਬਦ ਵਰਤਦਾ ਹਾਂ ਮਹਾਂਪੁਰਸ਼, ਤੇ ਇਹ ਕੇਵਲ ਕਿਸੇ ਕੱਪੜੇ ਦਾ ਨਾਮ ਨਹੀਂ, ਕਿਸੇ ਚੋਲੇ ਦਾ ਜਾਂ ਲਿਬਾਸ ਦਾ ਨਾਮ ਨਹੀਂ ਹੁੰਦਾ, ਇੱਕ ਜੀਵਨ ਦਾ ਨਾਮ ਹੈ। ਤੇ ਐਸੇ ਕਈ ਮਹਾਂਪੁਰਸ਼ਾਂ ਨੂੰ ਮੈਂ ਖੁਦ ਆਪਣੇ ਜੀਵਨ ਵਿੱਚ ਜਾਣਦਾ ਵੀ ਹਾਂ ਔਰ ਵੇਖਿਆ ਵੀ ਹੈ, ਜਿਹੜੇ ਜ਼ੁਬਾਨ ਦੇ ਬੜੇ ਖਰਵੇ ਸਨ, ਕੌੜੇ ਸਨ, ਲੇਕਿਨ ਇਹ ਕੁੜੱਤਨ ਪਤਾ ਹੈ ਕੈਸੀ ਸੀ, ਜਾਂ ਕਠੋਰਤਾ ਪਤਾ ਹੈ ਕੈਸੀ ਸੀ, ਜਿਵੇਂ ਨਾਰੀਅਲ ਹੁੰਦਾ ਹੈ। ਉਹ ਆਖ ਦਿੰਦੇ ਸਨ ਜੇ ਉਹ ਬਾਹਰੋਂ ਕਠੋਰ ਨਹੀਂ ਹੋਵੇਗਾ ਨਾ, ਉਹਦੇ ਅੰਦਰ ਦੀ ਗਿਰੀ ਕਦੀ ਬਚ ਨਹੀਂ ਸਕਦੀ, ਉਹਦੇ ਅੰਦਰ ਦਾ ਜਿਹੜਾ ਜਲ ਹੈ ਕਦੀ ਕਿਸੇ ਦੀ ਪਿਆਸ ਨਹੀਂ ਬੁਝਾ ਸਕਦਾ, ਜੇ ਉਹ ਬਾਹਰੋਂ ਕਠੋਰ ਨਹੀਂ ਹੋਵੇਗਾ।
ਇਹਦੀ ਸੰਗਤ ਉਹਨਾਂ ਲੋਕਾਂ ਦੇ ਨਾਲ ਸੀ ਜਿਹੜੇ ਜਪਣ ਵਾਲੇ ਸਨ, ਜਿਹੜੇ ਜੁੜੇ ਹੋਏ ਸਨ, ਜਿਹੜੇ ਰੱਬ ਦੇ ਮਾਰਗ ਦੇ ਉੱਤੇ ਤੁਰ ਰਹੇ ਸਨ। ਔਰ ਬਹੁਤੀ ਵਾਰ ਦੁਨੀਆ ਐਸੇ ਲੋਕਾਂ ਨੂੰ ਝੱਲਾ ਸਮਝਦੀ ਹੈ, ਸਮਝਦੀ ਕਿ ਆਖ ਵੀ ਦਿੰਦੀ ਹੈ। ਤਾਂ ਹੀ ਤੇ ਸਤਿਗੁਰੂ ਕਹਿੰਦੇ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਨਹੀਂ ਆਉਂਦਾ ਜੋੜ ਕਦੇ ਵੀ। ਇਹਨੇ ਜਦੋਂ ਇਹ ਮਸਲਾ ਰੱਖਿਆ ਨਾ ਆਪਣੇ ਉਹਨਾਂ ਸੰਗੀਆਂ ਦੇ ਵਿੱਚ, ਤੇ ਉਹ ਸੰਗੀ ਕਹਿਣ ਲੱਗੇ, ਮਿੱਤਰਾ ਫਿਕਰ ਕਰਨ ਦੀ ਕੀ ਗੱਲ ਹੈ, ਘਬਰਾਉਂਦਾ ਕਿਉਂ ਹੈ? ਮਹਿਲ ਭਰਨ ਵਾਸਤੇ ਕਿਹਾ ਨਾ, ਮਹਿਲ ਕੇਵਲ 2 ਮੋਹਰਾਂ ਨਾਲ ਭਰੇਗਾ ਬਸ। 98 ਮੋਹਰਾਂ ਤੇਰੀਆਂ ਬਚਣਗੀਆਂ, 2 ਮੋਹਰਾਂ ਨਾਲ ਮਹਿਲ ਭਰ ਦੇਵਾਂਗੇ। ਕਹਿਣ ਲੱਗਾ ਦੱਸੋ ਕਿਵੇਂ? ਉਹਨੇ ਕਿਹਾ ਕੁਝ ਕਰਨ ਦੀ ਲੋੜ ਨਹੀਂ, ਜਾ ਕੇ ਆਰਾਮ ਕਰ, ਉਸ ਪਰਮਾਤਮਾ ਦਾ ਸਿਮਰਨ ਕਰ, ਉਸ ਪਰਮਾਤਮਾ ਤੇ ਭਰੋਸਾ ਰੱਖ, ਉਹ ਆਪਣੇ ਆਪ ਸਭ ਕੁਝ ਕਰ ਦੇਵੇਗਾ। ਇਹਨੂੰ ਸਾਰੀ ਜੁਗਤੀ ਦੱਸ ਦਿੱਤੀ ਵੀ 2 ਮੋਹਰਾਂ ਵਿੱਚ ਮਹਿਲ ਕਿਵੇਂ ਭਰਿਆ ਜਾਏਗਾ। ਹੁਣ ਤੁਸੀਂ ਸੋਚੋ, 3 ਬੰਦੇ ਹਨ, ਤਿੰਨਾਂ ਨੂੰ ਇੱਕੋ ਹੀ ਟਾਸਕ ਦਿੱਤਾ ਗਿਆ, ਇੱਕੋ ਹੀ ਕੰਮ ਸੌਂਪਿਆ ਗਿਆ, ਇੱਕੋ ਹੀ ਪੂੰਜੀ ਦਿੱਤੀ ਗਈ ਬਈ 100-100 ਮੋਹਰਾਂ ਦੇ ਨਾਲ ਆਪੋ ਆਪਣਾ ਮਹਿਲ ਭਰਨਾ ਹੈ। ਮਹਿਲ ਵੀ ਤਿੰਨਾਂ ਦੇ ਇੱਕੋ ਜਿਹੇ ਹਨ, ਇੱਕੋ ਪੁੱਤਰ ਦੀ, ਇੱਕੋ ਪਿਤਾ ਦੀ ਸੰਤਾਨ ਹਨ, ਔਰ ਤਿੰਨਾਂ ਨੂੰ ਇੱਕ ਬਰਾਬਰ ਦੀ ਪੂੰਜੀ ਦਿੱਤੀ ਗਈ। ਪਹਿਲੇ ਨੇ ਜੂਏ ਦੇ ਵਿੱਚ 100 ਮੋਹਰਾਂ ਗਵਾ ਦਿੱਤੀਆਂ, ਦੂਸਰੇ ਨੇ ਭਰਨਾ ਤੇ ਚਾਹਿਆ ਆਪਣਾ ਮਹਿਲ, ਲੇਕਿਨ ਉਹਨੇ ਜੋ ਕੀਤਾ ਉਹ ਵੀ ਸਹੀ ਨਹੀਂ ਸੀ। ਉਹਨੇ ਆਪਣੇ ਮਹਿਲ ਨੂੰ ਕੂੜੇ ਦੇ ਨਾਲ, ਗੰਦਗੀ ਦੇ ਨਾਲ, ਦੁਰਗੰਧੀ ਨਾਲ ਭਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਜਿੱਥੇ ਕੂੜ ਕਬਾੜ ਹੋਏਗਾ, ਕੂੜਾ ਔਰ ਕਚਰਾ ਹੋਏਗਾ, ਉੱਥੇ ਬਦਬੂ ਔਰ ਦੁਰਗੰਧੀ ਤੇ ਆਪਣੇ ਆਪ ਆਏਗੀ। ਤੀਜੇ ਦੀ ਸੰਗਤ ਕੁਝ ਅਲੱਗ ਸੀ, ਉਹਨੂੰ ਸਤਸੰਗ ਦਾ ਦਰਜਾ ਦੇ ਦੇਈਏ। ਤੇ ਜਿਨ੍ਹਾਂ ਦੀ ਸੰਗਤ ਕਰਦਾ ਸੀ, ਉਹਨਾਂ ਨੇ ਜੁਗਤੀ ਦੱਸ ਦਿੱਤੀ ਕਿ ਮਹਿਲ ਕੇਵਲ 2 ਮੋਹਰਾਂ ਵਿੱਚ ਭਰਿਆ ਜਾ ਸਕਦਾ ਹੈ, ਜ਼ਿਆਦਾ ਭਰਨ ਦੀ ਵੀ ਲੋੜ ਨਹੀਂ, ਖਰਚਣ ਦੀ ਵੀ ਲੋੜ ਨਹੀਂ। ਜਦੋਂ 7 ਦਿਨ ਪੂਰੇ ਹੋਏ, ਪਿਤਾ ਜੋ ਰਾਜਾ ਸੀ ਔਰ ਵਜ਼ੀਰ ਇੱਕ ਇੱਕ ਕਰਕੇ ਤਿੰਨਾਂ ਦੇ ਮਹਿਲਾਂ ਦੇ ਵਿੱਚ ਹੁਣ ਪ੍ਰਵੇਸ਼ ਕਰਦੇ ਹਨ। ਜਦੋਂ ਸਭ ਤੋਂ ਵੱਡੇ ਪੁੱਤਰ ਦੇ ਮਹਿਲ ਵਿੱਚ ਆਏ, ਕੀ ਵੇਖਦੇ ਹਨ? ਸਿਰ ਸੁੱਟ ਕੇ ਬੈਠਾ ਹੋਇਆ ਹੈ। ਪੁੱਛਿਆ, ਕਹਿਣ ਲੱਗਾ ਮੈਂ ਆਪਣਾ ਸਭ ਕੁਝ ਗਵਾ ਦਿੱਤਾ। ਮਹਿਲ ਭਰਨ ਦੇ ਚੱਕਰ ਵਿੱਚ ਮੈਂ ਉਸ ਪੂੰਜੀ ਨੂੰ ਜੂਏ ਦੇ ਵਿੱਚ ਲਾਇਆ, ਦਾਉ ਲਾਇਆ, ਬਾਜ਼ੀ ਲਾਈ, ਲੇਕਿਨ ਮੇਰੀ ਸਾਰੀ ਦੀ ਸਾਰੀ ਜਿਹੜੀ ਪੂੰਜੀ ਹੈ ਨਾ, ਉਹ ਗਵਾਈ ਗਈ, ਜੂਏ ਵਿੱਚ ਹਾਰ ਗਿਆ। ਪਿਤਾ ਕਹਿਣ ਲੱਗਾ, ਜੇ ਤੈਨੂੰ ਮੈਂ ਵੱਡਾ ਹੋਣ ਦੇ ਨਾਤੇ ਰਾਜਾ ਬਣਾ ਵੀ ਦੇਵਾਂ, ਤੇ ਸਾਡਾ ਪੁਰਖਾਂ ਦਾ ਜਿਹੜਾ ਇਹ ਰਾਜ ਚੱਲਦਾ ਆ ਰਿਹਾ ਹੈ, ਤੂੰ ਇਹਨੂੰ ਜੂਏ ਵਿੱਚ ਹਾਰ ਜਾਵੇਂਗਾ, ਕਿਉਂਕਿ ਇਹ ਤੇਰੀ ਬਿਰਤੀ ਦੇ ਵਿੱਚ ਆ ਚੁੱਕਿਆ ਹੈ, ਤੇਰੀ ਸੰਗਤ ਸਹੀ ਨਹੀਂ। ਥੋੜਾ ਥੋੜਾ ਕਰਕੇ ਇੱਕ ਦਿਨ ਸਾਰਾ ਦਾ ਸਾਰਾ ਰਾਜ ਤੂੰ ਜੂਏ ਦੇ ਵਿੱਚ ਹਾਰ ਜਾਵੇਂਗਾ। ਜਿਸ ਰਾਜ ਨੂੰ ਸਾਡੇ ਵੱਡਿਆਂ ਵਡੇਰਿਆਂ ਨੇ ਬੜੇ ਧਿਆਨ ਦੇ ਨਾਲ, ਬੜੀ ਸ਼ਿੱਦਤ ਦੇ ਨਾਲ, ਜਿਸ ਰਾਜ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ, ਇਹ ਸਾਰਾ ਰਾਜ ਤੇਰੇ ਹੱਥਾਂ ਵਿੱਚ ਆਂਦਿਆਂ ਸਾਰ ਖਿੰਡਰ ਜਾਵੇਗਾ। ਇਹ ਰਾਜ ਕਦੀ ਕਾਇਮ ਨਹੀਂ ਰਹਿ ਸਕੇਗਾ। ਰਾਜ ਨੂੰ ਕਾਇਮ ਰੱਖਣਾ ਪੈਂਦਾ ਹੈ, ਆਪ ਸਾਰੇ ਜਾਣਦੇ ਹੋ। ਇੱਕ ਵੱਖਰੀ ਗੱਲ ਹੈ, ਅੱਜ ਦੀ ਜੋ ਨੀਤੀ ਹੈ, ਰਾਜ ਕਾਇਮ ਰੱਖਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਂਦੇ ਹਨ। ਪੁਰਾਤਨ ਸਮੇਂ ਵਿੱਚ ਨੈਤਿਕਤਾ ਹੋਇਆ ਕਰਦੀ ਸੀ, ਕੁਝ ਅਸੂਲ ਹੋਇਆ ਕਰਦੇ ਸਨ। ਅੱਜ ਉਹ ਨਹੀਂ ਮਿਲਣਗੇ ਤੁਹਾਨੂੰ, ਕਿਧਰੇ ਵੀ ਨਹੀਂ ਮਿਲਣ ਵਾਲੇ, ਕਿਸੇ ਪੱਖ ਵਿੱਚ ਵੀ ਨਹੀਂ ਮਿਲਣਗੇ। ਦੂਜੇ ਦੇ ਮਹਿਲਾਂ ਵਿੱਚ ਗਏ, ਵਿਚਕਾਰਲਾ ਪੁੱਤਰ ਇਹ ਬੜਾ ਖੁਸ਼ ਹੈ, ਕਿਉਂਕਿ ਜਦੋਂ ਵੱਡੇ ਭਰਾ ਦਾ ਮਹਿਲ ਵੇਖਦਾ ਹੈ ਉਹ ਖਾਲੀ ਹੈ, ਛੋਟੇ ਦਾ ਵੇਖਦਾ ਹੈ ਉਹ ਵੀ ਖਾਲੀ ਹੈ। ਤਰਕ ਦੇ ਆਧਾਰ ਦੇ ਉੱਤੇ ਇਹਨੂੰ ਇਹ ਲੱਗ ਰਿਹਾ ਸੀ ਕਿ ਰਾਜਾ ਹੁਣ ਮੈਂ ਹੀ ਬਣਿਆ। ਜਦੋਂ ਇਹਦੇ ਮਹਿਲਾਂ ਦੇ ਕੋਲ ਉਹ ਆਏ ਨਾ, ਪਿਤਾ ਔਰ ਵਜ਼ੀਰ, ਤੇ ਕੋਲ ਖਲੋਤਾ ਵੀ ਨਾ ਗਿਆ, ਬਦਬੂ ਆ ਰਹੀ ਸੀ ਬੜੀ, ਕਿਉਂ 7 ਦਿਨ ਦੀ ਗੰਦਗੀ ਸੀ, 7 ਦਿਨ ਦਾ ਕਚਰਾ ਸੀ ਅੰਦਰ, ਕੂੜਾ ਸੀ ਅੰਦਰ। ਦੂਰ ਚਲੇ ਗਏ, ਕਹਿਣ ਲੱਗੇ ਇਹ ਕੀ ਕੀਤਾ? ਤੇਰੇ ਮਹਿਲਾਂ ਵਿੱਚ ਤੇ ਪ੍ਰਵੇਸ਼ ਵੀ ਨਹੀਂ ਕੀਤਾ ਜਾ ਰਿਹਾ। ਕਹਿਣ ਲੱਗਾ ਤੁਸੀਂ ਇਹੀ ਤੇ ਸ਼ਰਤ ਰੱਖੀ ਸੀ, ਜੋ ਉਹਨਾਂ ਨੇ ਸਿਖਾਇਆ ਸੀ, ਤੁਸੀਂ ਇਹੀ ਤੇ ਸ਼ਰਤ ਰੱਖੀ ਸੀ ਨਾ ਕਿ ਮਹਿਲ ਭਰਨਾ ਹੈ। ਇਹ ਤੇ ਨਹੀਂ ਕਿਹਾ ਸੀ ਕਿਸ ਚੀਜ਼ ਨਾਲ ਭਰਨਾ ਹੈ।
मैं महल भर दिता है, 100 मोहरां नाल भर दिता, की होया भावें विच कूड़ा ही है, लेकिन भरिया तो सही ना, तुहाडी शर्त तो पूरी की। कहण लगे नहीं, इतना वड्डा तार्किक राज दे उत्ते नहीं बैठ सकता। जे तैनू राज दे उत्ते बिठा दिता तो तर्क दे नाल तर्क भी पा देवेगा, जो तू अपने महलों में कीता। ये बदबू, ये कूड़ा, ये तरक नहीं तो होर की है, इस तरक विच रवेंगा, इस बदबू विच रवेंगा। जे तैनू राजा बना दिता तो तू सचमुच बदबू ही बदबू फैलाएगा। तेरे कोलों भी दुर्गंध आएगी, तेरिया विचारां चों भी दुर्गंध आएगी, और सच यह है तेरे राज दे विच कोई सुखी नहीं रहेगा, क्योंकि तू हर गल लॉजिक नाल तर्क नाल करेगा, तेरे अंदर भाव कोई नहीं। अगे चले गए। हुण राजा मायूस हो रहा भी मेरे तिन्ना पुत्रां विचों एक भी ऐसा नहीं जिहड़ा लायक होवे, क्योंकि जदों तीसरे दे कोल आए उहदा महल भी खाली सी बिल्कुल। लेकिन इनू जो जुगती समझाई सी ना इहदे सतसंगियां ने, वो काम कर गई। और सच ये जे जुगती ही जदों गुरु की बख्शिश नाल मिले वो काम करती है। जदों ये गया अपने महलों विच अपने पिता नू और वजीर नू लैके, वो दोवें विचारे वेखते हैं कि महल तो फिर भी खाली है। कहने लगे पुत्रा ये की महल तेरा भी खाली? कहने लगा पिता जी महल खाली दिस रहा है पर खाली है कोई नहीं। कहते समझे नहीं असी तेरी गल। उन्हें 98 मोहरां अपने पिता नू वापस दित्तियां। कहने लगा पिता जी 98 मोहरां लो, ध्यान नाल वेखो मैं महल नू 2 मोहरां दे नाल केवल भर दिता। एक मोहर दे मैं दीवे लैके आया, एक मोहर दियां मैं सुगंधियां लैके आया। जदों मैं दीवे बाले सारा महल प्रकाश नाल भर गया, जदों मैं सुगंधी बाली सारा महल खुशबू नाल भर गया। कि तुहानू खुशबू और प्रकाश नाल महल भरिया होया नज़र नहीं आ रहा? भावें उपरों खाली पिया दिसदा है, लेकिन सच यह है मैं दीवे बाले हन, इहदे विच चानना कीता, इनू रोशनी नाल भर दिता। हर कोना जगमगा रहा है, पूरा महल रोशनी और प्रकाश नाल भरिया होया है। जदों तुसी मेरे महल दे अंदर आए हो तुहानू सुगंधी नहीं आ रही। सच यह है पिता जी पूरा महल खुशबू नाल भरिया होया है। कि ये भरना भरना नहीं, ये भी तो भरना है ना। कहते पिता और वजीर इतने क प्रसन्न हुए, कहने लगे सचमुच तू ही है जिहड़ा इस तखत दे उत्ते सिंघासन दे उत्ते बैठण दे लायक है। इस पुत्र नू सिंघासन मिलिया, इहदा राज अभिषेक किया गया। इतनी लंबी चौड़ी इंज आख देवां गाथा सुनाण दा, एक कहानी सुनाण दा तत्पर्य की सी? सच जानना असीं सारे परमात्मा दी संतान हाँ, और सानू सारियां नू परमात्मा ने जिंदगी दी पूंजी दे के संसार विच भेजिया है। और पता है की क्या है? जीवन नू भरना है। हुण पता है बहुते लोग ना उस पहले पुत्र की तरह होंदे हन जिहड़े जीवन नू भरन दे चक्कर विच अपना सब कुछ गवा लैंदे हन। और जिंदगी नू पता है किस चीज़ नाल भरना चाहते हन? खाना पीना हसना सौना, केवल इन्हां 4 चीज़ों के नाल वो जिंदगी भरनी चाहते हैं। उन्होंने केवल खाण का पता है, पीण का पता है, हसन का पता है, सौण का पता है। दूसरे शब्दों में मैं अगर गुरबाणी के शब्दों में ही आखा ना तो जीवन नू भरना चाहते हैं केवल रस दे नाल, रस। और सच ये जे कि उस रस नू प्राप्त करने वास्ते जो धन खर्चा होएगा, रस एवं नहीं मिलता कभी भी। संसारक रस, पदार्थ का रस प्राप्त करने लिए पदार्थ होना तो जरूरी है ना। हुण जे बंदा कहे मैं रस लेना चाहता हाँ बड़े कीमती आभूषण पहनण का, हुण एवं सोच सोच के तो नहीं आएंगे ना। जब तक आभूषण या गहने नहीं होणगे कीमती, उन्होंने पहनण का रस कित्थों आएगा? बल्कि मैं इंज आखा रस की तो हंकार ही है। वो जो मान है ना असल विच हंकार जो अंदर बन रहा है, वध फुल रहा है, असल विच ते रस उन्होंने पिया आउंदा है। मेरे कोल बड़ा वड्डा घर होवे जैसा किसी होर कोल ना होवे,
कि ये रस ने। चलो बाणी चो एक शब्द ले लवां, रस सोयना, रस रूपा कामण, रस परमल की वास, रस घोड़े, रस सेजा मंदर, रस मीठा, रस मास। हालांकि चलो विचार उस पासे जाती है, ये तो रस शरीर के कै घट नाम निवास। उत्थे पुछया गया, कहते तू कहता है ना मेरे जीवन में नाम का स्वाद नहीं आता, बाणी का स्वाद नहीं आता, बाणी पढ़दा हाँ रस नहीं आता। लोग यही गल कहते ना आम तौर पर। तो मैनू याद है तकरीबन साल के पहले मैं कथा विच ये गल शायद कही सी, अज तक मैनू याद हैं वो बोल कि जदों तुहाडे मन विच तुहाडे ज़हन विच ये गल आवे ना कि बाणी का मैनू स्वाद नहीं आ रहा, नाम का रस नहीं आ रहा, तो आप ज़रूर पूछना अपने आप तो भी कि मेरे अंदर पहला कोई रस तो नहीं। ये इंज ही है जिवें तुसी मिठी चाह पी लवो ना, उस तो बाद बर्फ़ी खा लवो, मिठाई खा लवो, उस मिठे का तुहानू कोई स्वाद नहीं आएगा। या इंज आख देवां कि अगर वो मिठा खा लवो फिर तुसी उत्तों भावें मिठी चाह पी लवो, तुहानू उस चाह का स्वाद आना बंद हो जाएगा। हुण इहदा अर्थ ये नहीं भी उस चाह दे विच मिठा कोई नहीं होंदा है ना। आम तौर पर जदों चाह दे नाल असी कोई मिठी चीज़ खा लईए, ज्यों वो मूँह विच पाई उहदा स्वाद तो आ गया, लेकिन अगले ही घुट दे विच चाह का रस आना बंद हो गया, चाह का मिठापन खत्म हो गया। हुण इहदा अर्थ ये नहीं भी चाह विचों मिठा किसी ने बाहर कढ़ लिया, मेरी जुबान विच फर्क पै गया। ये ना दोवें पासे गल लागू होंदी है, संसार दे पासे भी ते निरंकार दे पासे भी। जद माया का रस इतना वध जाए ना जीवन दे विच कि दिन रात माया माया का ही स्वाद इन्हें चखिया, यकीन जानना नाम का रस आना बंद हो जाता है। इधर भी उदाहरण टुकेगी। तो दूजे पासे जदों नाम का स्वाद आ जाए, वो मिठा खा लिया ना, फिर बाकी सारे रस फिके जापते हैं। उन्हां विच रस है तो सही, लेकिन इनू नहीं हुण आएगा। आप गल पकड़ी होएगी, तुसाने समझ आई होएगी। सतगुरु बड़ा स्पष्ट समझाते हैं बाणी दे विच, कहंदे जिहड़े लोग ये गल आखदे हैं ना सानू बाणी का स्वाद नहीं आंदा जी, बाणी च स्वाद, कई लोग इत्थों तक चले जाते हैं बाणी च रस ही कोई नहीं, नाम च रस ही कोई नहीं। क्यों नहीं? बिल्कुल है, भरी हुई है हमारी प्यारी अमृत धारी। ये तो अमृत की धारा है, नहीं आ रहा ना उहदे विच मेरी कोई कमी होएगी, मेरा कोई दोष होएगा, कोई विगाड़ मेरे विच है, बाणी विच नहीं है। वो तो मिठी है, साची बाणी मीठी अमृत धार, वो तो अमृत की धारा है, मिठी है। एक वखरी गल है, एक वेले आखण औखा साचा नाम नाम होंदा है, एक वेले संत संग अंतर प्रभ डीठा, नाम प्रभु का लागा मीठा। ये अवस्था भी आ जाती है। दोवां हालतां दा जिक्र बाणी च कीता गया, लेकिन बदलेगी हालत जे बदलांगा मैं। जे मैं तब्दील हो गया फिर मेरे जीवन की हालत भी बदल जाएगी। यकीन जानना बदलाव आवेगा ही आवेगा। मैं बेनती कर रहा सा कि वो लोग जिहड़े ये गल आख देंदे हन कि नहीं 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 आ रहा स्वाद बाणी का, सतगुरु कहंदे वेख लवीं तेरे अंदर पहले तो ही ना बहुते रसां की चाहना होवेगी, उन्हां रसां का प्रभाव होएगा। इसे करके बाणी मिठी होंदियां सुनदियां भी तैनूं मिठी नहीं पई लगदी। तो ख्याल उत्थे ही लियाओ जिथों मैं गल खोलण का यतन किया सी कि जीवन सारिਆਂ ਨੂੰ एक बराबर मिलिया होया है। चलो एक वखरी गल है कि प्रालब्ध वख-वख है, पर शरीर की सारिਆਂ ਦਾ बराबर नहीं इक्को जिहा। ਉਹੀ दो हथ, ਉਹੀ दो पैर, ਉਹੀ दो अखां। आम हालतां विच 99.9% आबादी स्वस्थ होंदी है संसार की। कोई बहुत विरले होंदे हैं जिन्हां विच बचपन तो कोई चलो ऐसा दोष, वो भी वैसे रब के हुक्म च ही आया है। अगर उंज बाणी पढ़ोगे तुसी, वो काया देण पिछे भी ना रब का कोई पिछे मनोरथ सी, कुछ भला सी इस बंदे नूं वो चीज़ देण पिछे भी। पर आम तौर पर तुसी चलो 99% लगा लवो दुनिया की जो मनुखों की आबादी है उन्हां कोल बिल्कुल सही शरीर है, सारे अंग सही काम पे करते हैं, सारा शरीर और उम्र भी तकरीबन ठीक रहिंदी है।
ਅਸੀਂ ਆਪਣੇ ਦਾਇਰੇ 'ਚ ਹੀ ਚਲੋ ਵੇਖ ਲਈਏ। ਤੇ ਇੰਜ ਆਖ ਦਈਏ ਉਸ ਰਾਜੇ ਨੇ ਸਾਨੂੰ ਨਾ, ਸਾਡੇ ਪਿਤਾ ਰਾਜੇ ਨੇ, ਵੀ ਮੇਰੇ ਤਖਤ ਤੇ ਕੌਣ ਬੈਠੇਗਾ, ਇੱਕੋ ਜਿਹੀ ਪੂੰਜੀ ਦੇ ਕੇ ਕਿ ਆਪਣੇ ਜੀਵਨ ਨੂੰ ਭਰ ਲੈ। ਹੁਣ ਸਾਡੇ ਵਿੱਚੋਂ ਇੱਕ ਸੋਚ ਉਹ ਸੀ ਜਿਨ੍ਹਾਂ ਨੇ ਜੀ ਰਸ ਨਾਲ ਕੇਵਲ ਇਹਨੂੰ ਭਰਨ ਦਾ ਯਤਨ ਕੀਤਾ। ਮੈਂ ਰਸ ਸ਼ਬਦ ਹੀ ਵਰਤਿਆ ਸੀ ਨਾ, ਬਈ ਜਿਤਨੇ ਰਸ ਹੋਣਗੇ ਜੀਵਨ ਵਿੱਚ ਉਤਨਾ ਲੱਗੇਗਾ ਵੀ ਜ਼ਿੰਦਗੀ ਜੀ ਚੁੱਕੇ ਹਾਂ ਅਸੀਂ। ਜਿਹੜੀ ਉਹ ਵਿਚਾਰ ਹੈ ਨਾ, ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਅਤੇ ਮੌਜ ਕਰੋ। ਬਹੁਤੇ ਲੋਕ ਕੇਵਲ ਇਸ ਵਿਚਾਰਧਾਰਾ ਨੂੰ ਮੰਨਦੇ ਹਨ, ਬਸ ਖਾਓ ਪੀਓ ਮੌਜ ਕਰੋ, ਹੋਰ ਕੁਝ ਨਹੀਂ, ਅੱਗੇ ਕੁਝ ਨਹੀਂ, ਕੋਈ ਅੱਗੇ ਜੀਵਨ ਨਹੀਂ, ਬਸ ਖਾਓ ਪੀਓ ਮੌਜ ਕਰੋ। ਇਹ ਵਾਲਾ ਜੀਵਨ ਬਹੁਤੇ ਲੋਕ ਜੀ ਰਹੇ ਹਨ। ਔਰ ਖਾਓ ਪੀਓ ਵਿੱਚ ਜਦੋਂ ਮੈਂ ਇਹ ਗੱਲ ਆਖਦਾ ਹਾਂ ਨਾ, ਤੇ ਕੇਵਲ ਜੋ ਆਪਣੇ ਹੱਕ ਵਿੱਚ ਹੈ ਉਹ ਨਹੀਂ, ਹੱਕ ਪਰਾਇਆ ਵੀ ਖਾ ਜਾਂਦੇ ਹਨ। ਦੂਜਿਆਂ ਦਾ ਹੱਕ ਮਾਰ ਮਾਰ ਕੇ ਵੀ ਖਾਂਦੇ ਹਨ, ਦਬਾ ਲੈਂਦੇ ਹਨ ਦੂਜਿਆਂ ਦੀਆਂ ਚੀਜ਼ਾਂ। ਕੋਈ ਕਿਸੇ ਦਾ ਧਨ ਦਬਾ ਕੇ ਬਹਿ ਗਿਆ, ਕੋਈ ਕਿਸੇ ਦਾ ਘਰ ਦਬਾ ਕੇ ਬਹਿ ਗਿਆ, ਕੋਈ ਕਿਸੇ ਦੀ ਕੋਈ ਹੋਰ ਚੀਜ਼ ਦਬਾ ਕੇ ਬੈਠ ਗਿਆ। ਇਸ ਤਰੀਕੇ ਦੇ ਨਾਲ ਉਹ ਲੋਕ ਰਸ ਪੈ ਮਾਣਦੇ ਹਨ। ਬਸ ਇਹੀ ਹੈ ਜੀ ਜੀਵਨ ਦਾ ਲਕਸ਼, ਇਹ ਹੈ ਜੀਵਨ ਦਾ ਰਸ। ਉਹਨਾਂ ਨੇ ਕੇਵਲ ਇਸ ਤਰੀਕੇ ਨਾਲ ਜੀਵਨ ਨੂੰ ਜੀਵਿਆ। ਚਲੋ ਠੀਕ ਹੈ, ਐਸੇ ਲੋਕਾਂ ਦੇ ਜੀਵਨ 'ਚ ਅਗਰ ਬਾਣੀ ਹੋਵੇਗੀ ਵੀ ਨਾ, ਉਹ ਬਾਣੀ ਦੀ ਵਰਤੋਂ ਵੀ ਨਾ ਕੇਵਲ ਰਸ ਨੂੰ ਪ੍ਰਾਪਤ ਕਰਨ ਵਾਸਤੇ, ਨਵੇਂ ਰਸਾਂ ਦੀ ਪ੍ਰਾਪਤੀ ਲਈ ਕਰਨਗੇ। ਬਾਣੀ ਵੀ ਕਾਮਨਾ ਕਰਕੇ ਪੜ੍ਹਨਗੇ ਬਈ ਇਤਨੇ ਪਾਠ ਕਰ ਲਵਾਂ ਅਤੇ ਇਹ ਰਸ ਮੇਰੀ ਜ਼ਿੰਦਗੀ 'ਚ ਆ ਜਾਵੇ। ਉਹ ਬਾਣੀ ਨਾਲ ਨਹੀਂ ਜੁੜੇ ਹੋਣਗੇ ਉਸ ਢੰਗ ਨਾਲ ਜਿਵੇਂ ਬਾਣੀ ਜਾਂ ਗੁਰੂ ਸਾਹਿਬ ਨੇ ਸਾਨੂੰ ਜੋੜਿਆ ਬਾਣੀ ਨਾਲ। ਦੂਜੇ ਹੋਣਗੇ ਜਿਹੜੇ ਕੇਵਲ ਦਿਮਾਗ ਚਲਾਉਂਦੇ ਹਨ, ਬਸ ਆਪਣਾ ਸਿਰਫ ਦਿਮਾਗ, ਹੋਰ ਕੁਛ ਨਹੀਂ। ਉਹਨਾਂ ਕੋਲ ਜਜ਼ਬਾਤ ਨਾਮ ਦੀ ਚੀਜ਼ ਨਹੀਂ, ਭਾਵਨਾ ਨਾਮ ਦੀ ਚੀਜ਼ ਨਹੀਂ। ਦਿਮਾਗ ਪਹਿਲੇ ਵੀ ਚਲਾ ਰਹੇ ਹਨ, ਪਰ ਪਹਿਲਿਆਂ ਕੋਲ ਠੀਕ ਹੈ ਥੋੜ੍ਹੇ ਜਿਹੇ ਜਜ਼ਬਾਤ ਹਨ, ਆਪਣੇ ਪਰਿਵਾਰ ਨਾਲ ਚਲੋ ਰਸ ਮਾਣਾਂਗੇ, ਉਹ ਵਾਲਾ ਮੋਹ ਵਾਲਾ ਪੱਖ ਉਹਨਾਂ ਕੋਲ ਹੈ। ਦੂਸਰੇ ਐਸੇ ਹਨ ਕੇਵਲ ਤਾਰਕਿਕ ਹਨ, ਕੇਵਲ ਤਰਕ ਦੇ ਉੱਤੇ ਗੱਲ ਕਰਦੇ ਹਨ। ਤਰਕ ਦੀ ਕਸਵੱਟੀ 'ਤੇ ਜੋ ਕੁਝ ਆਇਆ ਬਸ ਠੀਕ ਹੈ, ਆਪਣੀ ਮੱਤ ਦੇ ਪੈਮਾਨੇ 'ਤੇ ਜੋ ਕੁਝ ਖਰਾ ਉਤਰਿਆ, ਜੋ ਕੁਝ ਸਮਝ ਆਇਆ, ਬਸ ਉਤਨੀ ਇੱਕ ਗੱਲ ਉਹ ਲੋਕ ਸਾਂਭ ਕੇ ਬੈਠ ਗਏ। ਅਸ਼ਾਂਤੀ ਉਹਨਾਂ ਦੇ ਜੀਵਨ ਵਿੱਚ ਵੀ ਹੈ ਬੜੀ ਵੱਡੀ। ਇਹ ਨਾ ਸਮਝਣਾ ਉਹ ਬੜੇ ਕੋਈ ਪੀਸਫੁਲ ਜੀਵਨ ਜੀ ਰਹੇ ਹਨ, ਕੋਈ ਟਿਕਿਆ ਹੋਇਆ ਜੀਵਨ ਨਹੀਂ। ਬੜੀ ਵੱਡੀ ਅਸ਼ਾਂਤੀ ਹੈ ਜੀਵਨ ਦੇ ਵਿੱਚ। ਸ਼ਾਂਤ ਕੇਵਲ ਪਤਾ ਹੈ ਕੌਣ ਹੈ? ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਕੌਣ? ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਕੋ ਕਿਰਪਾ ਧਾਰੀਏ। ਸ਼ਬਦ ਜੇ ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾ ਵਿਆਪੈ, ਜਾਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੇ। ਉਹ ਪਦਾਰਥ ਦੀ ਹੈ ਸੀ ਨਾ ਹਸਰਤ, ਅੰਤ ਚਲੇ ਗੋਹਾਰੀ। ਪਰ ਕਹਿੰਦੇ ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਕਹਿੰਦੇ ਜਿਹੜੇ ਗੁਣਾਂ ਨੂੰ ਗਾਏਗਾ, ਜੁੜੇਗਾ ਜਿਹੜਾ ਰੱਬ ਦੇ ਨਾਲ, ਜਿਹੜਾ ਉਸ ਪ੍ਰਭੂ ਦੇ ਨਾਮ ਨਾਲ ਜੁੜ ਜਾਵੇਗਾ, ਜੀਵਨ ਮਨੋਰਥ ਨੂੰ ਕੇਵਲ ਉਹ ਹਾਸਲ ਕਰੇਗਾ। ਅੱਜ ਦੀ ਸਾਰੀ ਵਿਚਾਰ ਦਾ ਤਤਪਰਯ ਕੀ ਸੀ? ਕੇਵਲ ਇਤਨੀ ਕੁ ਗੱਲ ਸਮਝ ਆ ਜਾਵੇ। ਤੇ ਮੈਂ ਬੇਨਤੀ ਕਰਾਂ, ਅੱਗੇ ਪਤਾ ਨਹੀਂ ਕਿਤਨੇ ਭਾਗਾਂ 'ਚ ਇਹ ਵਿਚਾਰ ਹੋਰ ਚੱਲੇ, ਕਿਉਂਕਿ ਮੈਂ ਪਹਿਲੇ ਦਿਨ ਤੋਂ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਸਾਹਿਬ ਕਿਰਪਾ ਕਰਨ, ਜਿਤਨਾ ਵਿਸਥਾਰ ਹੋ ਸਕੇ ਉਹ ਆਪ ਜੀ ਦੇ ਨਾਲ ਮੈਂ ਕਰਨ ਦਾ ਯਤਨ ਕਰਾਂ। ਔਰ ਅਰਦਾਸ ਕਰਿਓ ਕੇਵਲ ਮੈਂ ਸੁਣਾਉਂਦਾ ਨਾ ਰਹਿ ਜਾਵਾਂ ਔਰ ਤੁਸੀਂ ਸੁਣਦੇ ਨਾ ਰਹਿ ਜਾਵੋ। ਗੁਰੂ ਸਾਹਿਬ ਕਿਰਪਾ ਕਰਨ, ਮੈਨੂੰ ਵੀ ਬਲ ਬਖਸ਼ਣ, ਤਾਂ ਕਿ ਮੈਂ ਕੇਵਲ ਤੁਹਾਨੂੰ ਨਹੀਂ ਆਪਣੇ ਆਪ ਨੂੰ ਸੁਣਾਵਾਂ। ਮੈਂ ਇਸ ਵਿਚਾਰ ਨੂੰ ਆਪਣੇ ਲਈ ਸੱਚਮੁੱਚ ਇਸਤੇਮਾਲ ਕਰਾਂ, ਵਰਤਾਂ, ਕਿ ਕਿਸੇ ਹੋਰ ਨੂੰ ਸੁਣਾਉਣ ਤੋਂ ਪਹਿਲਾਂ ਪ੍ਰਥਮੈ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਝਾਵੈ। ਕਿ ਮੈਂ ਅਵਰ ਉਪਦੇਸ਼ੈ ਆਪ ਨਾ ਕਰੈ ਵਾਲਾ ਜੀਵਨ ਨਾ ਜੀਂਦਾ ਰਵਾਂ। ਆਪ ਜੀ ਨੂੰ ਆਖਦਾ ਆਖਦਾ ਮੈਂ ਵੀ ਇਸ ਰਸਤੇ ਉੱਤੇ ਤੁਰਨ ਲੱਗ ਪਵਾਂ, ਮੈਂ ਵੀ ਇਸ ਮਾਰਗ ਦੇ ਉੱਤੇ ਤੁਰ ਜਾਵਾਂ। ਜੇ ਭਟਕਿਆ ਵੀ ਹਾਂ ਰਸਤਾ, ਤੇ ਉਸ ਰਸਤੇ 'ਤੇ ਵਾਪਸ ਆ ਜਾਵਾਂ। ਇਹ ਅਰਦਾਸ ਜ਼ਰੂਰ ਕਰਿਓ ਗੁਰੂ ਅੱਗੇ ਕਿ ਸਤਿਗੁਰੂ ਮੈਨੂੰ ਵੀ ਇਕਾਗਰਤਾ ਦੀ ਦਾਤ ਬਖਸ਼ਣ, ਆਪਣੇ ਨਾਲ ਜੋੜ ਲੈਣ, ਔਰ ਇਹ ਵਿਚਾਰ ਆਖਦੇ ਆਖਦੇ ਆਪ ਜੀ ਦੇ ਨਾਲ ਇਸੀ ਰਸਤੇ 'ਤੇ ਤੁਰਦੇ ਤੁਰਦੇ
उस मंजिल के नेड़े पहुँच जाइए। जे मंजिल ते ना भी पहुँचे कोई गल नहीं, पर निकट ते पहुँच गए ना। जे 100 कदम मंजिल दूर सी, 10 कदम भी जे चल पे, इत्थे ते एक पैंडा जाए चलदा भरोसा तक दिता गया। कहते एक भी अगर जिहड़ा तुर पिया वो वधिया तो सही ना, अगे ना वालियां तो ते चंगा सी ना जिहड़े नहीं वध सके, इक्को ही जगह ते बैठ के जिहड़े बोलते रहे, जिन्हां ने यतन भी नहीं किया। इस करके मैं बेनती करा, चलो हज़ारां कदमां की गल तो दूर रही, अरदास करिए एक दूसरे के लिए, पातशाह किरपा करो इस रस्ते के उत्ते तुरो, इस रस्ते के उत्ते तुरन की प्रेरणा और बल सानू बख्शिश करो। क्योंकि जिहड़ा तुरेगा वही तरेगा। ये गल समझना ध्यान नाल, जिहड़ा तुरेगा ना वही तरेगा, तो जिहड़ा तरेगा वो कदी फिर दोबारा वापस मुड़ के नहीं आवेगा। उसका जन्म और मरण आवागमन खत्म हो जाएगा, मुक जाएगा। अज मैं इत्थे विचारां संकोचांगा, सारी विचार का सारांश रखदा जावां कि जीवन एक बराबर मिलिया है सारियां नूं। हुण साडे उत्ते निर्भर है असी की करना है। हालांकि बाणी ने ना, फिर चलो मैं अगर बिल्कुल निरोल बाणी की गल करा, जे कहंदे ना गुरमुख लादा मनमुख गवाया, पर अगे ही कहंदे तुद आप विछोड़िया आप मिलाया। कदी पढ़ना इन्हां दो पंक्तियां का टीका। पहले कहणगे गुरमुख ने लभ लिया नाम दा रतन, तू करता सचियार मैंडा साईं, जो तो भावै सोई थी सी। गुरु रामदास साहब महाराज, जो तू देह सोई हों पाई रहाओ, सब तेरी तू सबनी ते आया, जिसनों कृपा करें तिन नाम रतन पाया। कृपा की गल की, पर कहते कृपा होएगी किस ते, मिलेगा किनू, गुरमुख और मनमुख चों। गुरमुख लाधा मनमुख गवाया, पर कहते जीवां दे वस विच कुछ नहीं। कदी टीका पढ़ के वेखना, ये अर्थ कीते हैं। तुद आप विछोड़िया आप मिलाया, तू आप ही विछोड़दा है आप ही मिलाउंदा है। अल्टीमेटली हुक्म उसे दा ही है। ये गल कन्फ्यूजिंग ना समझना कि मैं अंत में आके कन्फ्यूजन क्रिएट कर दी, बल्कि इस चीज़ नाल मेरा कॉन्सैप्ट क्लीयर होंदा है खुद कि सचमुच सब कुछ उहदे हुक्म दे विच ही चल रहा है, तो उहदे हुक्म दे विच ही मैं यतन करा, अरदास करा कि मैं मनमुख नहीं मैं गुरमुख बन सका। जो कुछ मैं पहला सी उही कुछ मैं बन जावां दोबारा। जो कुछ भी जीवन दे विच उतार चढ़ाव आउंदे हन, हे सतगुरु किरपा करो। जिन्हों कहते ना गई बहोड़ बंदी छोड़, निरंकार दुखदारी, कर्म ना जाना धर्म ना जाना, लोभी माया धारी, नाम भरियो भगत गोबिंद का राखो। ये शब्द अरदास के रूप में करिए। हर जियो निमाणिया तू मान निचीजियाँ चीज़ करे, मेरा गोबिंद तेरी कुदरत को कुर्बान। जीवन एक बराबर ही है तकरीबन सारियां दा। अरदास करिए पातशाह इस जीवन नूं लेखे ला सकीए, तेरे मार्ग दे उत्ते तुरदे होए मनमुखता वाला नहीं गुरमुखता वाला रस्ता ही अपनाइए। आप बौड़ी करो आप बाँह फकड़ के, भुजबल वीर ब्रह्म सुख सागर, गरत परत गह लिहो अंगुरिया। मेरी उंगली पकड़ के मैनू आप इस मार्ग दे उत्ते सच्चे पातशाह जी तोर दिओ, ताकि मेरा लोक सुखी ते पर लोक सुहेला हो सके। रहिंदियां विचारां जीवन मनोरथ बारे ही गुरु किरपा करे अगले दीवान विच कर सकां। गुरु साहब बल बुद्धि एकाग्रता की दात बख्शिश करन जी। इतने शब्द आखदा दास खिमा दा जाचक अदब सत्कार और प्रेम सहित गुरु बख्शी फतेह दी सांझ पावो जी। वाहिगुरु जी का खालसा वाहिगुरु जी की फतेह।